ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਹੁਸੈਨ ਤੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਨਵੀਆਂ ਕਲਮਾਂ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮਨੁੱਖੀ ਚੇਤਨਾ ਦੀ ਅੱਖ ਤੇ ਸੋਚ ਦਾ ਸੰਗਮ ਜਦੋਂ ਸਮੇਂ ਦੀ ਚਾਲ ਨੂੰ ਪਹਿਚਾਨਣ, ਫੜਨ ਤੇ ਨਾਪਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਸਾਹਿਤ ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਸੰਵੇਦਨਸ਼ੀਲ ਬਿਆਨ ਜੋ ਬਿਆਨਕਰਤਾ ਦੇ ਨਿੱਜ ਤੋਂ ਅਗਾਂਹ ਹੋ ਕੇ ਲੋਕਾਈ ਦੇ ਅਹਿਸਾਸਾਂ ਦੀ ਤਰਜਮਾਨੀ ਹੋ ਨਿਬੜਦਾ ਹੈ। ਸੋ ਇਸੇ ਤਰ੍ਹਾਂ ਆਪਣੇ ਨਿੱਜ ਤੋਂ ਆਮ ਲੋਕਾਈ ਦੇ ਅਹਿਸਾਸਾਂ ਦੀ ਤਰਜਮਾਨੀ ਲਈ ਕਾਰਜਸ਼ੀਲ ਯਤਨਸ਼ੀਲ ਕੁਝ ਅਸਲੋ ਨਵੇਂ ਲੇਖਕ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਨੇ ਆ ਪ੍ਰੋਗਰਾਮ ਨਵੀਆਂ ਕਲਮਾਂ ਦੇ ਵਿੱਚ। ਅੱਜ ਵੀ ਸਾਡੇ ਨਾਲ ਇਹੋ ਜਿਹਾ ਲੇਖਕ ਮੌਜੂਦ ਨੇ। ਸਾਡੇ ਨਾਲ ਮੌਜੂਦ ਨੇ ਜੀ ਅਰਮਨਪ੍ਰੀਤ ਸਿੰਘ ਜੀ, ਜਿਹੜੇ ਕਿ ਪੇਸ਼ੇ ਵਜੋਂ ਇੱਕ ਅਧਿਆਪਕ ਨੇ ਔਰ ਕਵਿਤਾ ਲਿਖਦੇ ਨੇ, ਔਰ ਇਹਨਾਂ ਦੇ ਨਾਲ ਨੇ ਜੀ ਬਲਬੀਰ ਮਾਨ ਜੀ, ਜਿਹੜੇ ਕਿ ਇੱਕ ਗੀਤਕਾਰ ਨੇ। ਆਪਾਂ ਇਹਨਾਂ ਦੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਪਰ ਸਭ ਤੋਂ ਪਹਿਲਾਂ ਇਹਨਾਂ ਦੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਅਰਮਨਪ੍ਰੀਤ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਕੋਈ ਰਚਨਾ ਜਿਹੜੀ ਆ ਸਾਡੇ ਜਲੰਧਰ ਦੂਰਦਰਸ਼ਨ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਦੇ ਨਾਲ ਸਾਂਝੀ ਕਰੋ। ਠੀਕ ਹੈ ਸਰ। ਮੈਂ ਤੁਹਾਡੇ ਨਾਲ ਇੱਕ ਆਪਣੀ ਤਾਜ਼ਾ ਲਿਖੀ ਹੋਈ ਨਜ਼ਮ ਸਾਂਝੀ ਕਰਾਂਗਾ ਜੀ। ਨਜ਼ਮ ਹੈ ਅੱਖਰ ਜੀ। ਅੱਖਰ ਆਤਮਕ ਮੰਡਲ ਵਿੱਚ ਸ਼ਬਦਾਂ ਦੇ ਲਿਵਾਸ ਵਿੱਚ ਆਪ ਮੁਹਾਰੇ ਫੁੱਟਦੇ ਹਨ। ਕੀ ਬਾਤ ਹੈ। ਅੱਖਰ ਆਤਮਕ ਮੰਡਲ ਵਿੱਚ ਸ਼ਬਦਾਂ ਦੇ ਲਿਵਾਸ ਵਿੱਚ ਆਪ ਮੁਹਾਰੇ ਫੁੱਟਦੇ ਹਨ। ਅੱਖਰ ਜਦ ਲਿਖੇ ਜਾਣ ਤਾਂ ਕਿਤਾਬ ਬਣਦੇ ਹਨ। ਕੀ ਬੋਲੇ ਜਾਣ ਤਾਂ ਜ਼ੁਬਾਨ ਬਣਦੇ ਹਨ। ਅੱਖਰ ਜਦ ਅੱਖ ਖੋਲ੍ਹਦੇ ਹਨ ਤਾਂ ਰੌਸ਼ਨੀ ਬਣਦੇ ਹਨ। ਅੱਖਰ ਜਦ ਚਿੰਤਨ ਦੀ ਸਾਣ ਤੇ ਚੜ੍ਹਦੇ ਹਨ ਤਾਂ ਰੋਹ ਵਿੱਚ ਬਦਲਦੇ ਹਨ। ਕੀ ਬਾਤ। ਅੱਖਰ ਜਦ ਪੇਟ ਦੀ ਰੋਟੀ ਬਣ ਜਾਣ, ਅੱਖਰ ਜਦ ਪੇਟ ਦੀ ਰੋਟੀ ਬਣ ਜਾਣ, ਉਦੋਂ ਅੱਖਰ ਕ੍ਰਾਂਤੀ ਬਣਦੇ ਹਨ। ਕੀ ਬਾਤ। ਮਸ਼ਾਲਾਂ ਵਿੱਚ ਬਲਦੇ ਹਨ, ਹਥਿਆਰਾਂ ਦਾ ਹੱਥ ਬਣਦੇ ਹਨ। ਅੱਖਰ ਅਧਿਆਤਮਕ ਮੰਡਲ ਵਿੱਚ ਬਾਣੀ ਦਾ ਰਹੱਸ, ਪ੍ਰੇਮ ਦੇ ਸੁੱਚੇ ਸ਼ਬਦ ਮੋਤੀ, ਸਮਾਜਿਕ ਕ੍ਰਾਂਤੀ ਦੇ ਦਾਤਾ। ਅੱਖਰ ਜੁਗਾਂ ਜੁਗਾਂ ਤੋਂ ਮਨੁੱਖ ਦੇ ਗੁਲਾਮੀ ਤੋਂ ਮੁਕਤੀ ਦਾਤਾ। ਅੱਖਰ ਜੁਗਾਂ ਜੁਗਾਂ ਤੋਂ ਮਨੁੱਖ ਦੇ ਗੁਲਾਮੀ ਤੋਂ ਮੁਕਤੀ ਦਾਤਾ। ਕੀ ਬਾਤ ਹੈ ਜੀ। ਬਹੁਤ ਅੱਛੀ ਤੁਹਾਡੀ ਨਜ਼ਮ ਹੈ। ਅੱਖਰ ਕਹਿੰਦੇ ਨੇ ਕਿ ਹਰਫ ਬੋਲਦੇ ਨੇ ਤਾਂ ਹਨੇਰੇ ਡੋਲਦੇ ਨੇ। ਸੋ ਕੁਝ ਇਹੋ ਜਿਹੀ ਗੱਲਬਾਤ ਤੁਹਾਡੀ ਇਸ ਰਚਨਾ ਦੇ ਵਿੱਚ। ਤੇ ਹੁਣ ਬਲਬੀਰ ਮਾਨ ਜੀ, ਤੁਸੀਂ ਵੀ ਆਪਣੀ ਕੋਈ ਰਚਨਾ ਜਿਹੜੀ ਆ ਸਾਡੇ ਜਲੰਧਰ ਦੂਰਦਰਸ਼ਨ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਦੇ ਨਾਲ ਸਾਂਝੀ ਕਰੋ। ਮੈਂ ਆਪਣੀ ਪਹਿਲੀ ਰਚਨਾ ਜੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੀ। ਮੇਰਾ ਪਹਿਲਾ ਗੀਤ ਛਪਿਆ ਸੀਗਾ ਮੁੜ ਵਤਨਾਂ ਨੂੰ ਆ ਵੀਰਨਾ ਜੀ। ਬੇ ਵੀਰਨ ਪਰਦੇਸੀਆ ਜੀ, ਭੇਜਾਂ ਰੱਖੜੀ ਡਾਕ ਵਿੱਚ ਪਾ, ਵਿੱਚ ਪਰਦੇਸੀ ਬਹਿ ਗਿਆ ਜਾ ਕੇ ਸਾਨੂੰ ਦਿਲੋਂ ਭੁਲਾ ਜੀ। ਬੇ ਵੀਰਾ ਪਰਦੇਸੀਆ ਮੁੜ ਵਤਨਾਂ ਨੂੰ ਆ। ਇਹ ਮੇਰਾ ਪਹਿਲਾ ਗੀਤ ਜਿਹੜਾ ਮੇਰੀ ਪਹਿਲੀ ਰਚਨਾ ਸੀ ਜੀ। ਮੈਂ ਸਰਕਾਰੀ ਹਾਈ ਸਕੂਲ ਬਰਸਾਲ 'ਚ ਪੜ੍ਹਦਿਆਂ ਆਪਣੀ ਬਾਲ ਸਭਾਵਾਂ 'ਚ ਗਾਉਂਦਿਆਂ ਤੇ ਲਿਖਿਆ ਸੀ ਇਹ। ਤੇ ਹੁਣ ਮੇਰਾ ਗੀਤ ਜਿਹੜਾ ਦੂਰਦਰਸ਼ਨ ਤੇ ਪਿਛਲੇ ਦਿਨੀ ਪ੍ਰਸਾਰ ਹੋਇਆ ਸੀਗਾ ਜੀ, ਮੈਂ ਤੁਹਾਡੇ ਨਾਲ ਉਹਦੇ ਜਿਹੜੇ ਬੋਲ ਆ ਉਹ ਸਾਂਝੇ ਕਰਨ ਲਈ। ਇਰਸ਼ਾਦ। ਜਿਉਂ ਦਿਨ ਚੜ੍ਹਦੇ ਦੀ ਲਾਲੀ, ਸੋਹਣੇ ਰੰਗ ਜਵਾਨੀ ਦੇ, ਮਤਲਬ ਸਿੱਖ ਲੈ ਝੱਲੀਏ ਪਹਿਲਾਂ ਤੂੰ ਜ਼ਿੰਦਗਾਨੀ ਦੇ। ਕਿਤੇ ਜੱਗ ਤੋਂ ਬਾਗੀ ਹੋ ਕੇ ਖੁੰਝ ਨਾ ਜਾਮੀ ਰਾਹਾਂ ਤੋਂ, ਮੂਰਤ ਵਰਗੀਏ ਕੁੜੀਏ ਨੀ ਬਚ ਇਸ਼ਕ ਬੁਲਾਵਾਂ ਤੋਂ, ਫੁੱਲਾਂ ਵਰਗੀ ਕੁੜੀਏ ਨੀ ਬਚ ਇਸ਼ਕ ਬੁਲਾਵਾਂ ਤੋਂ। ਪਿਆਰ ਮੁਹੱਬਤੋਂ ਵੱਧ ਕੇ ਨੀ ਪੱਤ ਹੁੰਦੀ ਮਾਪਿਆਂ ਦੀ, ਕੀ ਡਾਲੀ ਨਾਲੋਂ ਟੁੱਟ ਕੇ ਜ਼ਿੰਦਗੀ ਫੁੱਲ ਕਲਾਪਿਆਂ ਦੀ। ਨਾ ਦੁਨੀਆ ਤੇ ਕੋਈ ਵੱਧ ਕੇ ਹੋਵੇ ਸਾਕ ਭਰਾਵਾਂ ਤੋਂ, ਫੁੱਲਾਂ ਵਰਗੀ ਕੁੜੀਏ ਨੀ ਬਚ ਇਸ਼ਕ ਬੁਲਾਵਾਂ ਤੋਂ, ਮੂਰਤ ਵਰਗੀਏ ਕੁੜੀਏ ਨੀ ਬਚ ਤੇਜ ਹਵਾਵਾਂ ਤੋਂ। ਕਿਆ ਬਾਤ। ਫੱਗਣ ਵਿੱਚ ਜਿਉਂ ਲੱਗਣ ਸੋਹਣੇ ਫੁੱਲ ਬਗੀਚੀਆਂ ਨੂੰ, ਇਉਂ ਡੁੱਲਦੀ ਵੇਖ ਜਵਾਨੀ ਭੌਰੇ ਲੈਣ ਕਚੀਚੀਆਂ ਨੂੰ। ਤੂੰ ਪਾਸਾ ਵੱਟ ਲੈ ਝੱਲੀਏ ਨੀ ਇਹਨਾਂ ਇਸ਼ਕ ਬੁਲਾਵਾਂ ਤੋਂ, ਮੂਰਤ ਵਰਗੀ ਕੁੜੀਏ ਨੀ ਬਚ ਤੇਜ ਹਵਾਵਾਂ ਤੋਂ। ਜਦ ਜੋਬਨ ਮਾਰੇ ਛੱਲਾਂ ਬਾ ਇਸ਼ਕੇ ਦੀ ਬੱਗੇ ਨਾ, ਜਿਹੜੇ ਇਸ ਦਲਦਲ ਵਿੱਚ ਡੁੱਬ ਗਏ ਉਹ ਮੁੜ ਪੱਤਣੀ ਲੱਗੇ ਨਾ। ਕੋਈ ਬਚ ਨਾ ਸਕਿਆ ਅੱਜ ਤੱਕ ਜੱਗ ਦੀਆਂ ਸਖਤ ਸਜ਼ਾਵਾਂ ਤੋਂ, ਮੂਰਤ ਵਰਗੀਏ ਕੁੜੀਏ ਨੀ ਬਚ ਤੇਜ ਹਵਾਵਾਂ ਤੋਂ। ਪਹਿਲਾਂ ਬਲਵੀਰ ਵਾਂਗੂ ਪੜ੍ਹ ਲਿਖ ਕੇ ਫਿਰ ਕਰੀ ਪੂਰੇ ਚਾੜੀਏ, ਮੁੜ ਇੱਜ਼ਤ ਨਾ ਹੱਥ ਆਵੇ ਕਦੇ ਨਾ ਭੈੜੇ ਰਾਹ ਫੜੀਏ। ਕੁਝ ਤੂੰ ਵੀ ਸਿੱਖ ਲੈ ਮਾਨ ਜੰਡੀ ਦੀਆਂ ਮੁਫਤ ਸਲਾਹਾਂ ਤੋਂ, ਫੁੱਲਾਂ ਵਰਗੀ ਕੁੜੀਏ ਨੀ ਬਚ ਇਸ਼ਕ ਬੁਲਾਵਾਂ। क्या बात है जी।
ਬਲਵੀਰ ਮਾਨ ਜੀ ਹੁਣਾਂ ਨੇ ਜਦੋਂ ਇਹ ਰਚਨਾ ਸੁਣਾਈ ਉਸ ਤੋਂ ਪਹਿਲਾਂ ਜਿਹੜੀ ਆਪਣੀ ਰਚਨ ਪ੍ਰਕਿਰਿਆ ਜਿੱਦਾਂ ਸ਼ੁਰੂ ਹੋਈ ਸੀ, ਇਹਨਾਂ ਨੇ ਦੱਸਿਆ ਕਿ ਬਾਲ ਸਭਾਵਾਂ ਦੇ ਵਿੱਚ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਸੁਣਾਉਣਾ ਸ਼ੁਰੂ ਕੀਤਾ। ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਹਰਮਨਪ੍ਰੀਤ ਜੀ ਆਪਣੀ ਰਚਨ ਪ੍ਰਕਿਰਿਆ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ, ਕਦੋਂ ਹੋਈ ਸੀ, ਇਹਦੇ ਬਾਰੇ ਸਾਨੂੰ ਦੱਸੋ। ਸਕੂਲ ਦੇ ਵਿੱਚ ਸਰ, ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦੇ ਹੀ ਸਾਡੇ ਉੱਥੇ ਟੀਚਰ ਸਾਹਿਬਾਨ ਸਾਡੇ ਕੋਲੋਂ ਕੋਈ ਕਵਿਤਾ ਸੁਣਦੇ ਸੀ, ਸਾਡਾ ਗਰੁੱਪ ਇੱਕ ਬਣ ਜਾਂਦਾ ਸੀਗਾ ਤੇ ਉਹਦੇ ਵਿੱਚ ਕੰਪੀਟੀਸ਼ਨ ਹੁੰਦਾ ਸੀਗਾ ਕਿਹੜਾ ਬੱਚਾ ਵਿਦਿਆਰਥੀ ਜਿਹੜਾ ਹੈ ਉਹ ਵਧੀਆ ਅੱਛੀ ਆਵਾਜ਼ ਦੇ ਨਾਲ ਚੰਗੀ ਕੰਠ ਕਰਕੇ ਕਵਿਤਾ ਗਾ ਸਕਦਾ। ਸੋ ਸਕੂਲ ਦੀ ਜ਼ਿੰਦਗੀ ਤੋਂ ਹੀ ਇਸ ਕਵਿਤਾ ਨੂੰ ਸ਼ੁਰੂ ਕੀਤਾ ਔਰ ਬਕਾਇਦਾ ਟਾਂਡਾ ਮਾਨਵ ਕਲਾ ਚੇਤਨਾ ਮੰਚ 1992 ਦੇ ਵਿੱਚ ਮੈਂ ਉੱਥੇ ਇੱਕ ਕਵਿਤਾ ਪੜ੍ਹੀ ਸੀ, ਪਹਿਲੀ ਕਵਿਤਾ ਲਿਖੀ ਸੀਗੀ ਮੈਂ। ਉਹਦੇ ਵਿੱਚ ਪੰਜਾਬ ਦਾ ਦੁਖਾਂਤ ਸੀਗਾ, ਇਨਸਾਨ ਤੋਂ ਇਨਸਾਨ ਕਿਉਂ ਅੱਜ ਦੂਰ ਹੁੰਦਾ ਜਾ ਰਿਹਾ, ਪ੍ਰੀਤਾਂ ਵਾਲਾ ਦੀਪ ਕਿਉਂ ਅੱਜ ਬੇਨੂਰ ਹੁੰਦਾ ਜਾ ਰਿਹਾ। ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀਆਂ ਕਾਲਜ ਦੇ ਵਿੱਚ ਅਸੀਂ ਗਏ, ਕਾਲਜ ਦੇ ਵਿੱਚ ਗਿਆ, ਉੱਥੋਂ ਵੱਡੇ ਵੱਡੇ ਸ਼ਾਇਰਾਂ ਨੂੰ ਪੜ੍ਹ ਕੇ ਉਹ ਪ੍ਰੇਰਨਾ ਮਿਲੀ ਮੈਨੂੰ ਲਿਖਣ ਦੀ। ਜੀ ਅੱਛਾ, ਵੱਡੇ ਵੱਡੇ ਸ਼ਾਇਰਾਂ ਨੂੰ ਤੁਸੀਂ ਗੱਲ ਕੀਤੀ ਕਿ ਪੜ੍ਹ ਕੇ ਪ੍ਰੇਰਨਾ ਮਿਲੀ, ਕਿਹੜੇ ਕਿਹੜੇ ਸ਼ਾਇਰ, ਕਿਹੜੇ ਕਿਹੜੇ ਕਵੀ ਸੀ, ਲੇਖਕ ਸੀ ਜਿਨ੍ਹਾਂ ਨੂੰ ਤੁਸੀਂ ਪੜ੍ਹਿਆ ਤੇ ਉਹਨਾਂ ਦੇ ਕੋਲੋਂ ਪ੍ਰੇਰਨਾ ਲਈ? ਇਹ ਸਾਡੀ ਖੁਸ਼ ਨਸੀਬੀ ਸੀ ਜੀ ਕਿ ਮਰਹੂਮ ਡਾਕਟਰ ਜਗਤਾਰ ਜੀ ਹੋਰਾਂ ਕੋਲੋਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ, ਮੈਂ ਉਹਨਾਂ ਦੇ ਕੋਲੋਂ, ਉਹਨਾਂ ਦਾ ਮੈਂ ਸਿਖਿਆਰਥੀ ਰਿਹਾ, ਮੈਂ ਉਹਨਾਂ ਦੇ ਕੋਲੋਂ MA ਕੀਤੀ ਹੈ। ਔਰ ਜਸਵੰਤ ਸਿੰਘ ਬਿਰਦੀ ਜੀ ਹੋਰਾਂ ਦਾ ਵੀ ਜ਼ਿਕਰ ਇਹਦੇ ਵਿੱਚ ਆਉਂਦਾ ਹੈ। ਡਾਕਟਰ ਰਣਧੀਰ ਚੰਦ ਜੀ ਉਹ ਵੀ ਬੜੀ ਅੱਛੀ ਕਵਿਤਾ ਲਿਖਦੇ ਸਨ। ਔਰ ਪ੍ਰੋਫੈਸਰ ਦੀਦਾਰ ਸਿੰਘ ਦੀਦਾਰ ਜੀ ਹੋਰਾਂ ਨੇ ਵੀ, ਉਹਨਾਂ ਦੇ ਵੀ ਮੈਂ ਸੰਗਤ ਦੇ ਵਿੱਚ ਰਿਹਾ। ਉਸ ਤੋਂ ਬਾਅਦ ਸੁਰਜੀਤ ਪਾਤਰ ਜੀ ਹੋਰਾਂ ਨੂੰ ਮੈਂ ਬਹੁਤ ਪੜ੍ਹਿਆ, ਉਹਨਾਂ ਦੇ ਨਾਲ ਮੈਂ ਕਈ ਵਾਰੀ ਮਿਲਿਆ ਵੀ ਉਹਨਾਂ ਨੂੰ। ਹਾਂ, ਉਸ ਤੋਂ ਬਾਅਦ ਪਰਮਿੰਦਰਜੀਤ ਜੀ ਹੋਰਾਂ ਦੀਆਂ ਕਵਿਤਾਵਾਂ ਪੜ੍ਹੀਆਂ। ਹੁਣੇ ਉਹਨਾਂ ਦੀ ਸਾਰੀ ਸਮੁੱਚੀ ਕਵਿਤਾ ਜਿਹੜੀ ਆ ਚੌਮੁਖੀਆ ਪੁਸਤਕ ਦੇ ਵਿੱਚ ਛਪੀ ਹੈ। ਤੇ ਉਸ ਤੋਂ ਬਾਅਦ ਜਸਵੰਤ ਦੀਦ ਜੀ ਉਹਨਾਂ ਨੂੰ ਮੈਂ ਪੜ੍ਹਦਾ ਜੀ, ਉਹਨਾਂ ਦਾ ਕਮੰਡਲ ਕਾਵ ਸੰਗ੍ਰਹਿ ਜਿਹੜਾ ਸਾਹਿਤ ਅਕਾਦਮੀ ਵਿਜੇਤਾ ਹੈ। ਔਰ ਹੁਣੇ ਜਿਹੇ ਉਹਨਾਂ ਦਾ ਇੱਕ ਨਵਾਂ ਕਾਵ ਪੁਸਤਕ ਜਿਹੜੀ ਪ੍ਰਕਾਸ਼ਿਤ ਹੋਈ ਹੈ, ਆਵਾਗਮਨ। ਹਾਂਜੀ, ਉਸ ਤੋਂ ਬਾਅਦ ਨਵੇਂ ਸਾਡੇ ਬਹੁਤ ਸ਼ਾਇਰ ਨੇ, ਮਦਨ ਵੀਰਾ ਜੀ ਉਹਨਾਂ ਨੂੰ ਪੜ੍ਹਦਾ, ਦਲਿਤ ਚੇਤਨਾ ਨਾਲ ਜੁੜੇ ਹੋਏ ਨੇ। ਤੇ ਉਸ ਤੋਂ ਬਾਅਦ ਸਾਡੇ ਹੋਰ ਵੀ ਲੰਬੀ ਫਹਿਰਿਸਤ ਹੈ ਜਿਹੜੀ ਜਿੰਨੇ ਵੀ ਵਧੀਆ ਲਿਖਣ ਵਾਲੇ ਉਹਨਾਂ ਨੂੰ ਪੜ੍ਹਦੇ ਹੋ। ਸੁਖਵਿੰਦਰ ਅੰਮ੍ਰਿਤ ਹੈ, ਉਹਨਾਂ ਨੇ ਗਜ਼ਲ ਦੇ ਵਿੱਚ ਕਾਫੀ, ਕਵਿਤਾ ਵਿੱਚ ਕਾਫੀ ਉਹਨਾਂ ਦਾ ਇੱਕ ਸਥਾਨ ਹੈ। ਸੋ ਇਹਨਾਂ ਸ਼ਾਇਰਾਂ ਨੂੰ ਪੜ੍ਹ ਕੇ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਵੀ ਕੁਝ ਅੱਛਾ ਲਿਖਣ ਦੀ ਕੋਸ਼ਿਸ਼ ਕਰਾਂ ਜੀ। ਅੱਛਾ ਬਲਵੀਰ ਮਾਨ ਜੀ, ਅਕਸਰ ਜੇ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਤੇ ਚੰਗਾ ਸਾਹਿਤ ਲਿਖਣ ਲਈ, ਚੰਗੀ ਕਵਿਤਾ ਕਹਾਣੀ ਲਿਖਣ ਲਈ ਕਿਹਾ ਜਾਂਦਾ ਕਿ ਉੱਦਾਂ ਦਾ ਚੰਗਾ ਸਾਹਿਤ ਜਿਹੜਾ ਆ ਪੜ੍ਹਨਾ ਬੜਾ ਜ਼ਰੂਰੀ ਹੁੰਦੀ ਆ। ਤੇ ਜਦੋਂ ਗੀਤਕਾਰੀ ਦੀ ਗੱਲ ਚੱਲਦੀ ਹੈ ਤੇ ਗੀਤਕਾਰੀ ਦੇ ਵਿੱਚ ਵੀ ਜੇ ਚੰਗੇ ਗੀਤ ਤੁਸੀਂ ਲਿਖਣੇ ਆ ਤਾਂ ਗੀਤ ਪੜ੍ਹਨੇ ਜਾਂ ਸੁਣਨੇ ਜਿਹੜੇ ਆ ਬੜੇ ਜ਼ਰੂਰੀ ਹੁੰਦੇ ਆ। ਤੁਹਾਡਾ ਕੀ ਕਹਿਣਾ ਹੈ ਕਿ ਤੁਸੀਂ ਕਿਹੋ ਜਿਹੇ ਗੀਤ ਸੁਣਦੇ ਹੋ, ਪੜ੍ਹਦੇ ਹੋ? ਪਹਿਲੀ ਗੱਲ ਤਾਂ ਇਹ ਜੀ, ਵਧੀਆ ਗੀਤਕਾਰ ਹੋਣ ਤੋਂ ਪਹਿਲਾਂ ਸਾਨੂੰ ਵਧੀਆ ਸਰੋਤਾ ਹੋਣਾ ਚਾਹੀਦਾ ਜੀ। ਜੇ ਅਸੀਂ ਵਧੀਆ ਸਰੋਤੇ ਹੋਵਾਂਗੇ, ਵਧੀਆ ਸੁਣਾਂਗੇ, ਅਸੀਂ ਸਾਡੇ ਮਨ 'ਚ ਉਹੋ ਜਿਹੀ ਸੋਚ ਪੈਦਾ ਹੋਊਗੀ। ਆਲੇ ਦੁਆਲੇ ਦੀਆਂ ਜਿਹੜੀਆਂ ਕ੍ਰਿਤੀਆਂ ਜੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਲੈ ਕੇ ਸ਼ਬਦਾਂ 'ਚ ਪਰੋ ਕੇ ਲੋਕਾਂ ਸਾਹਮਣੇ ਪੇਸ਼ ਕਰਾਂਗੇ ਵਧੀਆ ਗੀਤ ਰਾਹੀਂ, ਤਾਂ ਅਸੀਂ ਵਧੀਆ ਗੀਤਕਾਰ ਗਿਣੇ ਜਾਵਾਂਗੇ। ਜੇ ਅਸੀਂ ਕੱਚ-ਘੜ ਹੋ ਕੇ ਜਾਂ ਗੈਰ ਜ਼ਿੰਮੇਵਾਰ ਕਾਰਵਾਈਆਂ ਕਰਕੇ ਜਾਂ ਅੱਜ ਕੱਲ੍ਹ ਜਿਵੇਂ ਹਾਲਾਤ ਚੱਲਦੇ ਆ ਉਹਨਾਂ ਦੇ ਟੌਪਿਕਾਂ 'ਤੇ ਜੇ ਇਹ ਗੀਤ ਲਿਖਾਂਗੇ ਤਾਂ ਉਹ ਥੋੜ੍ਹੇ ਦਿਨਾਂ ਦੀ ਗੀਤਕਾਰੀ ਹੋਊਗੀ, ਲੰਮਾ ਸਮਾਂ ਨਹੀਂ ਹੋਊਗੀ, ਤੇ ਉਹ ਅਸੀਂ ਮਾੜੇ ਵੱਜਾਂਗੇ ਜੀ। ਬਿਲਕੁਲ, ਬਹੁਤੀ ਵਾਰ ਕੀ ਹੁੰਦਾ ਕਿ ਅਸੀਂ ਪ੍ਰਭਾਵ ਬਹੁਤ ਜ਼ਿਆਦਾ ਲੈਂਦੇ ਹਾਂ ਕੁਝ ਲੇਖਕਾਂ ਦਾ, ਕੁਝ ਗੀਤਕਾਰਾਂ ਦੀ ਗੱਲ ਕਰ ਲਈਏ ਤੇ ਗੀਤਕਾਰਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਤੁਹਾਨੂੰ ਕੀ ਲੱਗਦਾ ਕਿ ਕਿਹੜੇ ਗੀਤਕਾਰ ਨੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ ਆ? ਮੈਂ ਜਦੋਂ 6ਵੀਂ ਕਲਾਸ 'ਚ ਸਰਕਾਰੀ ਹਾਈ ਸਕੂਲ ਬਰਸਾਲ 'ਚ ਪੜ੍ਹਦਾ ਸੀ, ਉੱਥੇ ਸਾਡੇ ਮੈਡਮ ਕਮਲੇਸ਼ ਹਿੰਦੀ ਵਾਲੇ ਸੀ, ਉਹ ਬਾਲ ਸਭਾ ਹਰੇਕ ਸ਼ਨੀਵਾਰ ਲਾਉਂਦੇ ਸੀ ਜੀ। ਉਹਨਾਂ ਦੇ ਕਹਿਣ 'ਤੇ, ਜਦੋਂ ਮੇਰੇ ਯਾਰਾਂ ਦੋਸਤਾਂ ਦੇ ਕਹਿਣ 'ਤੇ ਪਹਿਲਾਂ ਸੰਗ ਲੱਗਦੀ ਹੁੰਦੀ ਸੀ ਗੀਤ ਗਾਉਂਦਿਆਂ ਨੂੰ ਜੀ। ਫਿਰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਮੈਂ ਪਹਿਲਾਂ ਜਿਹੜਾ ਗੀਤ ਗਾਇਆ ਸੀ ਉਹ ਬਾਪੂ ਜੀ ਦੇਵ ਤਰੀਕੇ ਵਾਲਾ ਦਾ ਗੀਤ, ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਜੀ, ਇੱਥੋਂ ਸ਼ੁਰੂ ਕਰਕੇ ਤੇ ਇਹੋ ਜਿਹੇ ਮਤਲਬ ਸੂਰਵੀਰਾਂ ਵਾਲੇ ਗੀਤ ਜਿਹੜੇ ਮੈਂ ਗਾ ਕੇ ਵਧੀਆ ਖੁਸ਼ ਹਾਂ ਜੀ। ਜਾਣੀ ਕਿ ਦੇਵ ਤਰੀਕੇ ਵਾਲੇ ਤੋਂ ਉਹਨਾਂ ਨੇ ਤੁਸੀਂ ਜਿਹੜੀ ਸ਼ੁਰੂਆਤ ਜਿਹੜੀ ਹੈ, ਸ਼ੁਰੂਆਤ ਮੇਰੀ ਇਹਨਾਂ ਦੇ ਕੁਲਦੀਪ ਮਾਨਕ ਜੀ ਦੇ ਗੀਤਾਂ ਤੋਂ, ਬਾਲ ਸਭਾਵਾਂ ਤੋਂ ਉੱਥੋਂ ਹੋਈ ਆ। ਜਿਹੜੇ ਸਕੂਲ 'ਚ ਮੈਂ ਪੜ੍ਹਿਆ ਵਾਂ, ਸਵਰਗਵਾਰੀ ਦਰਦਾਰ ਸੰਧੂ ਜੀ, ਉਹ ਵੀ ਉਸੇ ਸਕੂਲ 'ਚੋਂ ਪੜ੍ਹਿਆ ਤੇ ਮੈਂ ਉਹਨਾਂ ਦੇ ਗੀਤਾਂ ਤੋਂ ਵੀ ਕਾਫੀ ਪ੍ਰੇਰਿਤ ਸੀ। ਤੇ ਮੈਂ ਕਈ ਵਾਰੀ ਗੀਤ ਲਿਖ ਲੈਣਾ ਤੇ ਲਿਖ ਕੇ ਮੈਂ ਸੋਚਣਾ ਵੀ ਮੈਂ ਗੀਤ ਵਧੀਆ ਲਿਖਿਆ ਜਾਂ ਨਹੀਂ, ਤੇ ਫਿਰ ਮੈਂ ਉਹ ਗੀਤ ਲਿਖਣਾ ਬਈ ਪਹਿਲਾਂ ਬੁੱਲਾਂ ਵਿੱਚ ਕੁਝ ਕਹਿੰਦਾ, ਪਿੱਛੋਂ ਕਾਪੀ ਤੇ ਲਿਖ ਲੈਂਦਾ ਜੀ। ਕਿਉਂ ਤੂੰ ਫੇਰੇ ਚਵਾਰੇ ਲਾਉਣ ਨੂੰ ਇੱਟਾਂ ਕੁਤਬ ਮਨਾਰ ਦੀਆਂ, ਬਣਿਆ ਫਿਰੇ ਲਖਾਰੀ ਰੀਸਾਂ ਕਰੇ ਦਦਾਰ ਦੀਆਂ। ਮੈਂ ਕਹਿਣਾ ਵੀ ਤੂੰ ਦਦਾਰ ਦੀਆਂ ਰੀਸਾਂ ਕਰਨ ਲੱਗਿਆ
ਜੀ ਬਿਲਕੁਲ। ਅੱਛਾ, ਆਪਣੀ ਹੁਣ ਤੱਕ ਜਿੰਨੀ ਗੱਲਬਾਤ ਹੋਈ ਹੈ ਉਹਦੇ ਵਿੱਚ ਜ਼ਿਕਰ ਹੋਇਆ ਬਾਲ ਸਭਾਵਾਂ ਦਾ, ਜਿਹੜੀਆਂ ਆਮ ਤੌਰ ਤੇ ਪਹਿਲਾਂ ਸਕੂਲਾਂ ਦੇ ਵਿੱਚ ਲੱਗਦੀਆਂ ਹੁੰਦੀਆਂ ਸੀ। ਹੁਣ ਵੈਸੇ ਇਹਨਾਂ ਦਾ ਜਿਹੜਾ ਰਿਵਾਜ ਕਹਿ ਸਕਦੇ ਹਾਂ ਕਿ ਖਤਮ ਹੋ ਚੁੱਕਾ, ਸਕੂਲਾਂ ਦੇ ਵਿੱਚੋਂ ਅਲੋਪ ਹੋ ਚੁੱਕੀਆਂ ਨੇ ਬਾਲ ਸਭਾਵਾਂ, ਜਿਹੜੀਆਂ ਹਫ਼ਤਾਵਾਰੀ ਬੱਚਿਆਂ ਦੀ ਜਿਹੜੀ ਅੰਦਰ ਦੀ ਕਲਾ ਹੁੰਦੀ ਸੀ ਉਹਨਾਂ ਨੂੰ ਉਭਾਰਨ ਦੇ ਵਿੱਚ ਬੜਾ ਅਹਿਮ ਯੋਗਦਾਨ ਹੁੰਦਾ ਸੀਗਾ। ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਇਹ ਸਾਹਿਤ ਦਾ ਜਿਹੜਾ ਘਟਦਾ ਜਿਹੜਾ ਬੱਚਿਆਂ ਦੇ ਵਿੱਚ ਪ੍ਰਭਾਵ ਹੈ, ਆਮ ਤੌਰ ਤੇ ਕਹਿੰਦੇ ਆ ਕਿ ਅਸੀਂ ਪਾਠਕ ਜਿਹੜੀ ਆ ਉਹਨਾਂ ਦੀ ਗਿਣਤੀ ਬਹੁਤ ਘਟਦੀ ਜਾ ਰਹੀ ਹੈ, ਤੇ ਸਾਹਿਤ ਸਭਾਵਾਂ ਜਿਹੜੀਆਂ ਬਾਲ ਸਭਾਵਾਂ ਨੇ ਇਹਨਾਂ ਦੇ ਵਿੱਚ ਇਹ ਨਾ ਲੱਗਣਾ ਸਕੂਲਾਂ ਦੇ ਵਿੱਚ ਕਿਤੇ ਨਾ ਕਿਤੇ ਬੱਚਿਆਂ ਨੂੰ ਸਾਹਿਤ ਦੇ ਨਾਲੋਂ ਕਲਾ ਦੇ ਨਾਲੋਂ ਤੋੜਦੀਆਂ ਜਾ ਰਹੀਆਂ ਨੇ। ਹੁਸੈਨ ਜੀ, ਤੁਸੀਂ ਇੱਕ ਬਹੁਤ ਤਤਕਾਲੀ ਪ੍ਰਸ਼ਨ ਜਿਹੜਾ ਉਠਾਇਆ, ਔਰ ਇਹ ਉੱਠਣਾ ਚਾਹੀਦਾ ਹੈ। ਔਰ ਜਿੰਨਾ ਸਾਡਾ ਪੰਜਾਬ ਦਾ ਇਸ ਲਈ ਸਾਡੀ ਜਨਰੇਸ਼ਨ ਹੈ ਉਹ ਸਕੂਲਾਂ ਦੇ ਵਿੱਚ ਪ੍ਰੋਡਕਟ ਹੋ ਰਹੀ ਆ ਜੀ, ਔਰ ਇਹ ਇੱਕ ਦੁਖਾਂਤ ਹੈ ਸਾਡੇ ਸਰਕਾਰੀ ਸਕੂਲਾਂ ਜਾਂ ਪ੍ਰਾਈਵੇਟ ਜਿੱਥੇ ਵੀ ਜੋ ਵੀ ਸਾਡਾ ਸਕੂਲ ਸਿਸਟਮ ਹੈ, ਜਿੱਥੇ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੇ ਵਿੱਚ ਇੱਕ ਵੱਖਰੇ ਤੌਰ ਤੇ ਜਿਹੜਾ ਇੱਕ ਸਪੈਸ਼ਲ ਜਿਹੜਾ ਹਰ ਇੱਕ ਸਕੂਲ ਨੂੰ ਜਿਹੜਾ ਆਰਗੇਨਾਈਜੇਸ਼ਨ ਕਰਨ ਵਾਸਤੇ ਬੱਚਿਆਂ ਦੀ ਬਾਲ ਸਭਾ ਜਿਹੜੀ ਹੈ ਬਣਾਉਣੀ ਚਾਹੀਦੀ ਆ। ਔਰ ਇਹ ਤੁਹਾਡੀ ਗੱਲ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਹ ਸਾਡੀ ਇਸ ਲਈ ਜਿਹੜੀ ਬੱਚਿਆਂ ਦਾ ਬਾਲਪਨ ਹੈ ਅਵਸਥਾ ਜਿਹੜੀ ਆ ਉਹ ਸਾਡੇ ਹੋਰ ਜਿਹੜਾ ਮਟੀਰੀਅਲਿਸਟਿਕ ਇਸ ਲਈ ਏਜ ਚੱਲ ਰਹੀ ਹੈ, ਪਦਾਰਥਵਾਦੀ ਯੁੱਗ ਚੱਲ ਰਿਹਾ, ਉਹਦੇ ਥੱਲੇ ਬੱਚੇ ਦੀ ਮਾਨਸਿਕ ਅਵਸਥਾ ਉਹ ਦਬ ਰਹੀ ਹੈ ਜੀ। ਔਰ ਬੱਚੇ ਦੀ ਨੈਤਿਕ ਸਿੱਖਿਆ ਦੇ ਵਿੱਚ, ਮੋਰਲ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਬਾਲ ਸਾਹਿਤ ਸਭਾਵਾਂ ਨੇ ਸਕੂਲਾਂ ਦੇ ਵਿੱਚ ਉਹ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਜੀ। ਔਰ ਸਾਡੇ ਮੋਸਟ ਜਿੱਥੇ ਸਕੂਲਾਂ ਦਾ ਮੇਰਾ ਸੰਬੰਧ ਹੈ, ਮੈਂ ਵੀ ਬੱਚਿਆਂ ਨੂੰ ਜਿਹੜਾ ਬਾਲ ਸਭਾਵਾਂ ਦੇ ਵਿੱਚ ਉਹਨਾਂ ਨੂੰ ਮਾਰਨਿੰਗ ਅਸੈਂਬਲੀ ਦੇ ਵਿੱਚ ਹੋਰ ਜਿੱਦਾਂ ਵੀ ਛੋਟੇ ਵਾਲੇ ਕੋਈ ਫੰਕਸ਼ਨ ਹੁੰਦੇ ਨੇ ਉੱਥੇ ਬੱਚਿਆਂ ਨੂੰ ਅਸੀਂ ਡਿਵੈਲਪ ਕਰਦੇ ਹਾਂ, ਕੋਸ਼ਿਸ਼ ਕਰੀਦੀ ਕਿ ਉਹਨਾਂ ਬੱਚਿਆਂ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਉਜਾਗਰ ਹੋਵੇ। ਔਰ ਇਹ ਬਹੁਤ ਜ਼ਰੂਰੀ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਦਾ ਬਚਪਨ ਜਿਹੜਾ ਹੈ ਉਹ ਜਿਹੜਾ ਅਨਮੋਲ ਬਚਪਨ ਆ ਉਹਨੂੰ ਸੰਭਾਲਿਆ ਜਾਵੇ। ਬਚਪਨ ਦੇ ਮਨੋਵੇਗ ਜਿਹੜੇ ਨੇ, ਜਜ਼ਬਾਤ ਨੇ ਬੱਚੇ ਦੇ, ਉਹ ਬੱਚਾ ਬਚਪਨ ਦੇ ਵਿੱਚ ਉਸੇ ਤਰ੍ਹਾਂ ਉਹਨੂੰ ਮਹਿਸੂਸ ਕਰੇ ਜਿਵੇਂ ਇੱਕ ਬੱਚੇ ਨੂੰ ਕਰਨੇ ਚਾਹੀਦੇ ਆ। ਔਰ ਸਕੂਲਾਂ ਦੇ ਵਿੱਚ ਕਾਫੀ ਲਾਇਬ੍ਰੇਰੀਆਂ ਦੀ ਹੈਗੀਆਂ, ਉੱਥੇ ਅੱਛਾ ਸਾਰਥਕ ਬੱਚੇ ਦੀ ਮਾਨਸਿਕ ਅਵਸਥਾ ਨੂੰ ਦਰਸਾਉਂਦਾ ਹੋਇਆ ਇਹ ਲਿਟਰੇਚਰ ਹੋਣਾ ਚਾਹੀਦਾ, ਬਾਲ ਸਾਹਿਤ ਜਿਹੜਾ ਉਹਨਾਂ ਤੱਕ ਪਹੁੰਚਣਾ ਚਾਹੀਦਾ, ਅੱਛਾ ਹੋਣਾ ਚਾਹੀਦਾ। ਨਾ ਕਿ ਆਪਾਂ ਬਹੁਤ ਵੱਡੇ ਜਿਹੜੇ ਕਿਤਾਬਾਂ ਲਿਆਉਣ ਦੀ ਉੱਥੇ ਬਹੁਤ ਲੋੜ ਨਹੀਂ ਆ। ਬੱਚੇ ਦੇ ਉਮਰ ਦੇ ਤਕਾਜ਼ੇ ਅਨੁਸਾਰ, ਉਹਦੀ ਉਮਰ ਦੀ ਅਵਸਥਾ ਦੇ ਅਨੁਸਾਰ ਜਿਹੜਾ ਉਹ ਲਿਟਰੇਚਰ ਹੋਣਾ ਚਾਹੀਦਾ। ਔਰ ਬੱਚੇ ਸਾਡਿਆਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕੋਮਲ ਕਲਾਵਾਂ ਸਰ ਉਹ ਡਿਵੈਲਪ ਹੋ ਸਕਦੀਆਂ ਔਰ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਅਸੀਂ ਬਚਾ ਸਕਦੇ ਹਾਂ, ਪੰਜਾਬੀ ਸਾਹਿਤ ਨਾਲ ਜੋੜ ਸਕਦੇ ਹਾਂ, ਆਪਣੇ ਕਲਚਰ ਨਾਲ ਜੋੜ ਸਕਦੇ ਹਾਂ। ਔਰ ਖਾਸ ਕਰਕੇ ਜਿਹੜਾ ਤੁਸੀਂ ਪਾਠਕ ਵਰਗ ਦੀ ਇੱਕ ਗੱਲ ਚਿੰਤਾ ਪ੍ਰਗਟ ਹੈ, ਪੰਜਾਬੀ ਸਾਹਿਤ ਦਾ ਇੱਕ ਸੰਕਟ ਹੈ ਜੀ ਉਹ, ਕਿ ਇਹ ਪੰਜਾਬੀ ਚਾਹੇ ਬਾਲ ਸਾਹਿਤ ਵਿੱਚ ਤਾਂ ਬਹੁਤ ਹੀ ਕਮੀ ਆ ਜੀ, ਉਹਨੂੰ ਬਹੁਤ, ਕਿਉਂਕਿ ਕੁਝ ਲੇਖਕ ਘੱਟ ਨੇ ਉਹਨੂੰ ਬੱਚਿਆਂ ਤੱਕ ਪਹੁੰਚਾਉਣਾ, ਕਿਉਂਕਿ ਜੇ ਲਿਖਦੇ ਘੱਟ ਆ ਤਾਂ ਬੱਚਿਆਂ ਤੱਕ ਉਹ ਥੋੜਾ ਘਟ ਜਾਏਗਾ। ਔਰ ਇਹ ਜਿਹੜਾ ਪਾਠਕ ਵਰਗ ਦੀ ਚਿੰਤਾ ਬਹੁਤ ਸਤਾ ਰਹੀ ਆ, ਲੋਕੀ ਲਿਖਦੇ ਵੀ ਕਾਫੀ ਆ ਲੇਕਿਨ ਪੜ੍ਹਦੇ ਨਹੀਂ ਹੈ ਜੀ, ਪੜ੍ਹਨ ਦੀ ਰੁਚੀ ਸਾਡੇ 'ਚ ਬਹੁਤ ਘੱਟ ਰਹੀ ਹੈ। ਇੱਥੇ ਮੈਂ ਇੱਕ ਗੱਲ ਹੋਰ ਪੁੱਛਣੀ ਚਾਹਨਾ ਕਿ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ, ਕਿਉਂਕਿ ਤੁਸੀਂ ਖੁਦ ਪੇਸ਼ੇ ਵਜੋਂ ਇੱਕ ਅਧਿਆਪਕ ਹੋ ਔਰ ਤੁਸੀਂ ਦੱਸਿਆ ਕਿ ਬੱਚਿਆਂ ਨੂੰ ਤੁਸੀਂ ਜਿਹੜਾ ਬਾਲ ਸਭਾਵਾਂ ਲਵਾਉਂਦੇ ਹੋ, ਫੰਕਸ਼ਨਾਂ ਦੇ ਵਿੱਚ ਉਹਨਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹੋ ਪੂਰੀ, ਤੇ ਕੀ ਹੁੰਦਾ ਹੈ ਕਿ ਅੱਜ ਜਿਹੜੀ ਚਿੰਤਾ ਜਤਾਈ ਜਾ ਰਹੀ ਹੈ ਕਿ ਪਾਠਕਾਂ ਦੀ ਗਿਣਤੀ ਜਿਹੜੀ ਆ ਦਿਨੋਂ ਦਿਨ ਘਟਦੀ ਜਾ ਰਹੀ ਆ, ਤੁਹਾਨੂੰ ਕੀ ਲੱਗਦਾ ਕਿ ਪਾਠਕ ਪੈਦਾ ਕਰਨ ਦੇ ਵਿੱਚ ਅਧਿਆਪਕ ਦਾ ਕਿੰਨਾ ਕੁ ਯੋਗਦਾਨ ਹੁੰਦਾ ਹੈ? ਅਧਿਆਪਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੀ। ਅਧਿਆਪਕ, ਕਿਉਂਕਿ ਹੁਣ ਸਕੂਲਾਂ ਦੇ ਵਿੱਚ ਇੱਕ ਘਰਾਂ ਦੇ ਵਿੱਚ ਜਿਹੜਾ ਬੱਚਾ ਹੈ ਉਹਦੇ ਮਾਪੇ ਘਰ ਨੇ, ਉਸ ਤੋਂ ਬਾਅਦ ਪੇਰੈਂਟਸ ਉਸ ਬੱਚੇ ਨੂੰ ਜਿਹੜਾ ਸਕੂਲ ਦੇ ਵਿੱਚ ਪਾਉਂਦੇ ਨੇ ਜੀ। ਔਰ ਅਧਿਆਪਕ ਜਿਹੜਾ ਖਾਸ ਕਰਕੇ ਲੈਂਗੁਏਜ ਦੇ ਜਿਹੜੇ ਅਧਿਆਪਕ ਨੇ, ਭਾਸ਼ਾ ਦੇ ਅਧਿਆਪਕ ਨੇ, ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਜਿੰਨੇ ਬੱਚੇ ਹਨ ਉਹਨਾਂ ਨੂੰ ਬਹੁਤ ਅੱਛਾ ਪਾਠਕ ਬਣਾ ਸਕਦੇ ਆ। ਔਰ ਉਹ ਖੁਦ ਅਧਿਆਪਕ ਜਿਹੜਾ ਹੈ ਉਹ ਬੱਚਿਆਂ ਦੀ ਅਗਵਾਈ ਕਰੇ, ਲਾਇਬ੍ਰੇਰੀ ਵਿੱਚ ਬੱਚਿਆਂ ਦੀ ਗਾਈਡਲਾਈਨ ਦੇਵੇ, ਲਾਇਬ੍ਰੇਰੀ 'ਚ ਜਾ ਕੇ ਬੱਚਿਆਂ ਨੂੰ ਇੱਕ ਲਿਸਟ ਦੇਵੇ, ਬੇਟੇ ਆਹ ਕਿਤਾਬ ਤੁਹਾਡੇ ਲਈ ਪੜ੍ਹਨ ਲਈ ਬਹੁਤ ਅੱਛੀ ਹੈ, ਇਹਦੇ ਵਿੱਚ ਤੁਸੀਂ ਆਹ ਜਿਹੜੀ ਸਿੱਖਿਆ ਪ੍ਰਾਪਤ ਕਰ ਸਕਦੇ ਆ। ਔਰ ਬੱਚੇ ਦਾ ਨਾਲ ਥੋੜ੍ਹਾ ਜਿਹਾ ਮਿੱਤਰਤਾਈ ਸੰਬੰਧ ਬਣਾ ਕੇ ਬੱਚੇ ਨੂੰ ਉਹਦੇ ਬਾਰੇ, ਕਿਤਾਬ ਬਾਰੇ ਥੋੜ੍ਹਾ ਜਿਹਾ ਉਤੇਜਕ ਕਰੇ, ਪ੍ਰੇਰਨਾ ਦੇਵੇ। ਔਰ ਬੱਚਿਆਂ ਨੂੰ ਜਿਹੜਾ ਹੈਗਾ ਹਫ਼ਤੇ ਦੇ ਵਿੱਚ ਇੱਕ ਦੋ ਕਿਤਾਬਾਂ ਕੋਸ਼ਿਸ਼ ਕਰੇ ਕਿ ਹਰ ਇੱਕ ਬੱਚਾ ਜਿਹੜਾ ਕਲਾਸ ਦਾ ਉਹਨੂੰ ਕਿਤਾਬ ਜਿਹੜਾ ਹੈ ਉਹਨੂੰ ਇਸ਼ੂ ਕਰਾਵੇ। ਔਰ ਉਸ ਤੋਂ ਬਾਅਦ ਬੱਚੇ ਕੋਲ ਪੁੱਛਿਆ ਜਾਵੇ, ਬੇਟੇ ਤੈਨੂੰ ਇਸ ਕਿਹੜੀ ਕਵਿਤਾ ਚੰਗੀ ਲੱਗੀ ਆ, ਕਿਹੜੀ ਕਹਾਣੀ ਚੰਗੀ ਲੱਗੀ ਆ, ਕਿਹੜਾ ਲੇਖ ਚੰਗਾ ਲੱਗਾ। ਇਸ ਤਰ੍ਹਾਂ ਬੱਚੇ ਦੇ ਨਾਲ ਅਧਿਆਪਕ ਦਾ ਵੀ ਰਾਬਤਾ ਕਾਇਮ ਹੋਏਗਾ। ਔਰ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਸਾਨੂੰ ਲੱਗ ਰਿਹਾ ਹੈ ਕਿ ਸਾਡੇ